ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਇੱਕ ਇਤਿਹਾਸਕ ਗੱਲ ਸਾਂਝੀ ਕਰਨੀ ਆ ਜੋ 10ਵੇਂ ਪਾਤਸ਼ਾਹ ਦੇ ਨਾਲ ਸੰਬੰਧ ਰੱਖਦੀ ਹੈ। ਉਹ ਕਹਾਣੀ ਆ ਤਿੱਤਰ ਦੀ ਅਤੇ ਬਾਜ ਦੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਉਹਨਾਂ ਦੇ ਵਿੱਚ ਕੁਝ ਪੰਛੀਆਂ ਦੇ ਨਾਂ ਆਉਂਦੇ ਨੇ, ਜੈਸੇ ਪਸ਼ੂਆਂ ਦੇ ਨਾਂ ਆਉਂਦੇ ਨੇ। ਹਾਥੀ ਪਸ਼ੂਆਂ 'ਚ ਆ ਜਾਂਦਾ ਹੈ, ਗਧਾ, ਸ਼ੇਰ, ਡੰਗਰ, ਮੱਝ। ਅਤੇ ਬਾਣੀ ਵਿੱਚ ਕੁਝ ਜਾਨਵਰਾਂ ਦੇ ਨਾਮ ਨੇ, ਜੈਸੇ ਕਿ ਹੰਸ, ਹੰਸਾਂ ਹੀਰਾ ਮੋਤੀ ਚੁਗਣਾ, ਪੱਗ ਡੱਡਾਂ ਭਾਲਣ ਜਾਏ। ਹੁਣ ਡੱਡੂ ਜਿਹੜਾ ਪੰਛੀ ਨਹੀਂ ਆ, ਜਿੱਥੇ ਹੰਸ ਦਾ ਜਿਗਰ ਆਉਂਦਾ ਹੈ ਉੱਥੇ ਨਾਲ ਬਗਲੇ ਦਾ ਜਿਗਰ ਜ਼ਰੂਰ ਹੈ। ਅਤੇ ਜੋ ਸੁਣੀਏ ਕਰ ਕਾਉ, ਕਾਂ ਦਾ ਵੀ ਜਿਗਰ ਆਉਂਦਾ ਗੁਰਬਾਣੀ 'ਚ। ਬਾਜ ਦਾ ਵੀ ਜਿਗਰ ਆਉਂਦਾ ਹੈ। ਸਿੰਹਾਂ, ਬਾਜਾਂ, ਚਰਗਾਂ, ਕੂਹੀਆਂ, ਸ਼ੀਹਾਂ, ਸ਼ੇਰ। ਇਹ ਪੰਛੀ ਨਹੀਂ, ਆਪਾਂ ਪੰਛੀਆਂ ਦੀ ਗੱਲ ਕਰਨੀ। ਸਿੰਹਾਂ, ਬਾਜਾਂ, ਚਰਗਾਂ। ਚਰਗ ਵੀ ਇੱਕ ਜਾਨਵਰ ਹੈ, ਪਹਾੜੀ ਇਲਾਕੇ 'ਚ ਰਹਿੰਦਾ ਹੈ ਅਤੇ ਇਹ ਇੱਲ ਤੋਂ ਥੋੜ੍ਹਾ ਜਿਹਾ ਛੋਟਾ ਹੁੰਦਾ ਅਤੇ ਬਾਜ ਤੋਂ ਥੋੜ੍ਹਾ ਜਿਹਾ ਵੱਡਾ ਹੁੰਦਾ। ਉਹਨੂੰ ਚਰਗ ਬੋਲਦੇ ਨੇ। ਕੂਹੀਆਂ, ਇਹਨਾਂ ਖਵਾਲੇ ਘਾਹ। ਜਾਂ ਫਿਰ ਜਿਗਰ ਆਉਂਦਾ ਹੈ ਤੂੰ ਸੂਟਾ ਹੋ ਪਿੰਜਰ ਤੋਰ, ਹਾਂ ਸੂਟਾ ਤੋ ਪਿੰਜਰ ਮੋਰ, ਜੰਮ ਜਾ ਕਹਾਂ ਕਰੇ ਮੋਰ। ਸੂਟੇ ਦਾ ਜਿਗਰ ਹੈ ਸੂਟਾ। ਤੋਤੇ ਦਾ ਜਿਗਰ ਆਉਂਦਾ ਹੈ, ਤੋਤੇ ਦਾ ਨਾਂ ਸੂਟਾ ਹੈ। ਇੱਲ ਦਾ ਵੀ ਜਿਗਰ ਆਉਂਦਾ ਹੈ। ਉੱਡਦੀ ਉੱਡਦੀ ਦਹਿ ਦਸਾਂ, ਜਲ ਪਰਬਤ ਬੰਦਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਇੱਲ ਦਾ ਵੀ ਜਿਗਰ ਹੈ। ਉੱਡਦੀ ਬੜੀ ਉੱਚੀ ਹੈ, ਨਿਗਾਹ ਬੜੀ ਨੀਵੀਂ ਰੱਖਦੀ ਆ। ਉਹਦੇ ਅੱਖਾਂ ਦੇ ਵਿੱਚ ਇਹੋ ਜਿਹਾ ਲੈਂਜ ਵਾ ਕਿ ਬਹੁਤ ਉੱਚੀ ਉੱਡਦੀ ਹੈ, ਪਰ ਉਹਨੂੰ ਧਰਤੀ ਉੱਤੇ ਪਿਆ ਹੋਇਆ ਮੁਰਦਾ ਐਂ ਦਿਖਦਾ ਵੀ ਜਿੱਦਾਂ ਬੰਦੇ ਦੇ ਸਾਹਮਣੇ ਕੋਈ ਚੀਜ਼ ਜਿੰਨੀ ਖਟਮੀ ਪਈ ਹੋਵੇ, 2-4 ਫੁੱਟ ਬੰਦੇ ਤੋਂ ਇੰਨੀ ਹਟਮੀ ਉਹਨੂੰ ਦਿਖਦੀ। ਉਹਦੀ ਅੱਖ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੈ। ਇਹ ਕੁਦਰਤ ਦੀ ਕਲਾ ਹੈ। ਅਤੇ ਫਿਰ ਚਿੜੀ ਚੌਂਕੀ ਪਹੁ ਫੁੱਟੀ। ਚਿੜੀ ਦਾ ਵੀ ਜ਼ਿਕਰ ਆ ਬਾਣੀ ਵਿੱਚ। ਅਤੇ ਜਾਂ ਫਿਰ ਕੁੱਕੜ ਦੀ ਉਡਾਰੀ, ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਜਿੰਨੀ ਲੰਮੀ ਉਡਾਰੀ ਹੰਸ ਦੀ ਆ, ਕੁੱਕੜ ਦੀ ਇੰਨੀ ਲੰਮੀ ਨਹੀਂ ਉਡਾਰੀ ਹੁੰਦੀ, ਪਰ ਕੁੱਕੜ ਉਹਦੀ ਰੀਸ ਕਰਦਾ ਅਤੇ ਡੁੱਬ ਕੇ ਮਰ ਜਾਂਦਾ। ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਜਾਂ ਫਿਰ ਜਿਗਰ ਆਉਂਦਾ ਕੂੰਜਦਾ ਉੱਡੇ ਉੱਡੇ ਆਵੈ ਸਹਿ ਕੋਸਾਂ, ਤਿਸ ਪਾਸੇ ਬਚਰੇ ਸ਼ਰੇਆਮ। ਇੱਥੇ ਕੂੰਜ ਦਾ ਨਾਂ ਨਹੀਂ ਲਿਖਿਆ, ਇੰਨਾ ਹੀ ਲਿਖਿਆ ਉੱਡੇ ਉੱਡੇ ਆਵੇ ਸਹਿ ਕੋਸਾਂ, ਤਿਸ ਪਾਸੇ ਬਚਰੇ ਸ਼ਰਿਆ। ਇਹ ਉਸ ਪੰਛੀ ਦਾ ਨਾਂ ਜਿਹਨੂੰ ਅਸੀਂ ਕੂੰਜ ਬੋਲਦੇ ਹਾਂ। ਹੰਸ ਦੀ ਅਤੇ ਕੂੰਜ ਦੀ ਬੜੀਆਂ ਲੰਮੀਆਂ ਡਾਰੀਆਂ ਨੇ। ਇਹ ਕੂੰਜ ਜਦੋਂ ਉੱਡਦੀ ਆ ਸਹੀ ਬੇਰੀਆ ਤੋਂ ਅਤੇ ਇੱਧਰ ਹਰੀਕੇ ਪੱਤਨਾਂ 'ਤੇ ਆਉਂਦੇ ਨੇ, ਦਿਨੇ ਰਾਤ ਉੱਡਦੀ ਆ, ਥੱਕਦੀ ਨਹੀਂ ਆ। ਹੰਸ ਵੀ ਨਹੀਂ ਥੱਕਦਾ। ਚਲੋ ਆਪਾਂ ਇੱਕ ਤਿੱਤਰ ਦੀ ਗੱਲ ਕਰਨੀ। ਤਿੱਤਰ ਦਾ ਜਿਗਰ ਬਾਣੀ 'ਚ ਨਹੀਂ ਕਿਤੇ ਆਉਂਦਾ। 10ਵੇਂ ਪਾਤਸ਼ਾਹ ਜਦੋਂ ਮੁਕਤਸਰ ਸਾਹਿਬ ਦੀ ਜੰਗ ਤੋਂ ਵਿਹਲੇ ਹੋਏ ਨੇ ਅਤੇ ਉੱਥੇ ਥੋੜ੍ਹਾ ਪੜਾਅ ਕੀਤਾ ਅਤੇ ਇੱਕ ਦਿਨ ਬੈਠੇ ਬੈਠੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਲਗੀਧਰ ਸਿੰਘਾਂ ਨੂੰ ਕਹਿਣ ਲੱਗੇ, ਆਓ ਅਸੀਂ ਕੁਝ ਕਾਰਜ ਕਰਨ ਜਾਣਾ ਅਤੇ ਸਾਡੇ ਨਾਲ ਚੱਲੋ।
ਹੁਣ ਕੀ ਕਾਰਜ ਕਰਨਾ ਇਹ ਤੇ ਸੱਚੇ ਪਾਤਸ਼ਾਹ ਜਾਣਨ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤਿਆਰੀ ਕੀਤੀ, ਨਾਲ ਸਿੰਘ ਲਏ 5-7 ਤੇ ਮੁਕਤਸਰ ਸਾਹਿਬ ਤੋਂ ਦੂਸਰੇ ਪਾਸੇ ਨੂੰ ਦੱਖਣ ਪਾਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਨਾਲ ਸਿੰਘਾਂ ਨੂੰ ਲੈ ਕੇ ਤੁਰ ਪੈਂਦੇ ਨੇ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਕੋਈ 25 ਕਿਲੋਮੀਟਰ ਅੱਗੇ ਤੁਰ ਜਾਂਦੇ ਨੇ ਮੁਕਤਸਰ ਸਾਹਿਬ ਤੋਂ ਪਰਾਂ ਨੂੰ, ਦੱਖਣ ਪੱਛਮ ਸਾਈਡ ਨੂੰ, ਕੋਨੇ ਜਿਹੇ ਦੇ ਵਿੱਚ। ਉੱਥੇ ਪਹੁੰਚ ਜਾਂਦੇ ਨੇ, ਉਹ ਪਿੰਡ ਦੇ ਲਾਗੇ ਪਹੁੰਚਦੇ ਨੇ। ਪਿੰਡ ਦਾ ਨਾਂ ਘੁੱਦਾ ਹੈ ਤੇ ਇਹ ਗੁਰੂ ਹਰਸਰਾਏ ਇੱਕ ਕਸਬਾ ਹੈ, ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦਾ ਇੱਕ ਸਿੰਧ ਕਸਬਾ ਹੈ। ਉੱਥੋਂ ਥੋੜ੍ਹਾ ਜਿਹਾ ਹਟਵਾਂ ਪਿੰਡ ਵਾ। ਉੱਥੇ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ 10ਵੀਂ ਹੈ। ਉਸ ਜੰਡ ਦੇ ਥੱਲੇ ਸੱਚੇ ਪਾਤਸ਼ਾਹ ਜਾ ਕੇ ਬੈਠ ਗਏ ਨੇ, ਘੋੜਾ ਬੱਧਾ, ਉਹ ਅਜੇ ਵੀ ਜੰਡ ਨੇ। ਉਹਦਾ ਵੀ ਇਤਿਹਾਸ ਹੈਗਾ ਜੰਡਸਰ ਸਾਹਿਬ ਦਾ। ਮਹਾਰਾਜ ਛੋਟੇ ਛੋਟੇ ਬੂਟਿਆਂ ਦੇ ਨਾਲ ਥੋੜ੍ਹਾ ਆਪਣਾ ਕੋਈ ਸਮਾਨ ਸੀ, ਉਹ ਜਦੋਂ ਲਾ ਟੰਗਿਆ ਤੇ ਬੂਟੇ ਝੁਕ ਗਏ। ਮਹਾਰਾਜ ਕਹਿੰਦੇ, ਸਿੱਖ ਕਹਿਣ ਲੱਗੇ ਮਹਾਰਾਜ ਬੂਟੇ ਛੋਟੇ ਆ। ਤਾਂ ਕਹਿਣ ਲੱਗੇ ਨਹੀਂ ਨਹੀਂ, ਇਹ ਵੱਡੇ ਹੋਣਗੇ, ਇਹ ਸਾਡੀ ਯਾਦ ਨੂੰ ਇੱਥੇ ਪ੍ਰਗਟ ਕਰਨਗੇ, ਸੰਗਤਾਂ ਇੱਥੇ ਆਉਣਗੀਆਂ, ਦਰਸ਼ਨ ਕਰਿਆ ਕਰਨਗੀਆਂ। ਸਾਹਿਬ ਜਦੋਂ ਉੱਥੇ ਬੈਠ ਗਏ ਤੇ ਇੱਕ ਤਿੱਤਰ ਦੇ ਬੋਲਣ ਦੀ ਆਵਾਜ਼ ਆਉਣ ਦਈ ਹੈ। ਕਈ ਤਿੱਤਰ ਬੋਲਣ ਦੇ ਨੇ ਹੁਣ ਤਾਂ, ਚਲੋ ਇਹੋ ਜਿਹੀ ਚੀਜ਼ਾਂ ਮੁੱਕ ਗਈਆਂ ਧਰਤੀ ਤੋਂ। ਜਿਉਂ-ਜਿਉਂ ਮਨੁੱਖਤਾ ਵੱਧਦੇ ਜਾਏਗੀ ਤੇ ਇਹੋ ਜਿਹੀਆਂ ਚੀਜ਼ਾਂ, ਹੁਣ ਚਿੜੀਆਂ ਮੁੱਕ ਗਈਆਂ, ਤਿੱਤਰ ਮੁੱਕ ਗਏ ਜ਼ਮੀਨਾਂ 'ਚੋਂ। ਸਹਿ ਬੜੇ ਹੁੰਦੇ ਸੀ, ਸਹਿ ਵੀ ਖਾ ਲਏ ਬੰਦਿਆਂ ਨੇ ਵੱਢ ਵੱਢ ਕੇ, ਸ਼ਿਕਾਰ ਕਰ ਲਏ, ਕੁੱਤੇ ਰੱਖੇ ਹੁੰਦੇ ਸੀ ਬੰਦਿਆਂ ਨੇ, ਸਹਿਆਂ ਦੇ ਸ਼ਿਕਾਰ ਕਰਦੇ, ਕਮਾਦਾਂ ਤੋਰੀਆ ਹੁੰਦਾ ਸੀ, ਉਹਦੇ 'ਚੋਂ ਸ਼ਹਿ ਫੜਨੇ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਇਹ ਬਹੁਤ ਭੈੜਾ ਇੱਕ ਪਸ਼ੂ ਬਿਰਤੀ ਆ ਬੰਦੇ ਦੀ, ਬਹੁਤ ਭੈੜਾ ਜੀਵ ਹੈ ਧਰਤੀ ਉੱਤੇ ਜਿਹੜਾ ਮਨੁੱਖ ਹੈ। ਇਹ ਸਾਰਿਆਂ ਨੂੰ ਖਾ ਜਾਂਦਾ, ਮੱਛੀਆਂ ਵੀ ਕੱਢ ਕੱਢ ਖਾਈ ਜਾਂਦਾ, ਜਾਨਵਰ ਵੱਢ ਵੱਢ ਖਾਈ ਜਾਂਦਾ, ਕੁੱਤਿਆਂ ਤੱਕ ਖਾ ਜਾਂਦੇ ਨੇ ਬੰਦੇ ਦਾ। ਬਹੁਤ ਇੱਕ ਭੈੜੀ ਜੀਵ ਹੈ, ਜੀਵ ਆ ਜਿਹੜਾ ਬੰਦਾ ਹੈ, ਭੈੜਾ ਪਸ਼ੂ ਕਹਿ ਲਓ, ਪਸ਼ੂ ਤੋਂ ਵੀ ਗਿਰਿਆ ਹੋਇਆ। ਸਾਹਿਬ ਜੰਡ ਥੱਲੇ ਬੈਠੇ ਨੇ ਤੇ ਤਿੱਤਰਾਂ ਦੇ ਬੋਲਣ ਦੀ ਆਵਾਜ਼ ਆਉਣ ਦਈ ਆ। ਸਿੱਖਾਂ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਆਹ ਜਿਹੜਾ ਤਿੱਤਰ ਬੋਲਦਾ ਹੈ ਨਾ, ਉਹ ਉੱਚੀ ਜਗ੍ਹਾ 'ਤੇ ਇੱਕ ਤਿੱਤਰ ਬੈਠਾ ਹੈ, ਉਹ ਜਿਹੜਾ ਤਿੱਤਰ ਬੋਲਦਾ ਨਾ, ਉਹਨੂੰ ਫੜ ਕੇ ਲੈ ਕੇ ਆਓ। ਹੁਣ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਤੇ ਸਿੱਖ ਕਹਿਣ ਲੱਗੇ ਮਹਾਰਾਜ ਤਿੱਤਰ ਤੇ ਬੜੇ ਬੋਲਣ ਦੇ ਨੇ, ਇਹ ਬੜੇ ਤਿੱਤਰ ਹੁੰਦੇ ਸੀ, ਟਟੋਲੀਆਂ ਹੁੰਦੀਆਂ ਸੀ, ਤਿੱਤਰ ਹੁੰਦੇ ਸੀ, ਇਹ ਵੱਟਾਂ ਉੱਤੇ ਬੱਚੇ ਦਿੰਦੇ ਹੁੰਦੇ ਸਨ। ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਤਿੱਤਰ ਤੇ ਬੜੇ ਨੇ ਤੇ ਕਿਹਨੂੰ ਫੜ ਕੇ ਲਿਆਈਏ, ਕਿਉਂਕਿ ਤਿੱਤਰ ਦੀ ਉਡਾਰੀ ਬਹੁਤ ਵੱਡੀ ਨਹੀਂ ਹੁੰਦੀ, ਇਹ 2-4 ਉਡਾਰੀਆਂ ਮਾਰ ਕੇ ਥੱਕ ਜਾਂਦਾ ਹੈ, ਫਿਰ ਇਸ ਨੂੰ ਫੜ ਲਈਦਾ ਹੈ। ਹੰਸ ਦੀ ਸਭ ਤੋਂ ਲੰਮੀ ਉਡਾਰੀ ਹੈ, ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਕਿਉਂ? ਹੰਸ ਦੀ ਲੰਮੀ ਉਡਾਰੀ ਆ, ਉਹਨੇ ਸਮੁੰਦਰ 'ਚ ਚੱਲਣਾ ਹੈ, ਸਮੁੰਦਰ 'ਤੇ ਉਡਾਰੀ ਲਾਉਣੀ ਆ। ਬਗਲੇ ਦੀ ਛੋਟੀ ਜਿਹੀ ਉਡਾਰੀ ਆ, ਉਹ ਛੱਪੜ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ 'ਤੇ ਚਲ ਜਾਂਦਾ ਹੈ। ਹੰਸ ਨੇ ਤਾਂ ਰਹਿਣਾ ਸਮੁੰਦਰਾਂ 'ਚ, ਅਤੇ ਹਜ਼ਾਰਾਂ ਮੀਲਾਂ ਦੀਆਂ ਉਹਨਾਂ ਦੀਆਂ ਲੰਮੀਆਂ ਉਡਾਰੀਆਂ ਨੇ। ਇਹ ਰੱਬ ਨੇ ਜੋ ਕੁਛ ਬਣਾਇਆ ਬਿਲਕੁਲ ਸਹੀ ਬਣਾਇਆ ਹੈ, ਬੜੇ ਵਧੀਆ ਤਰੀਕੇ ਨਾਲ ਬਣਾਇਆ ਹੈ, ਕੋਈ ਊਣਤਾ ਹੀ ਨਹੀਂ ਹੈ, ਕੋਈ ਨੁਕਸ ਨਹੀਂ ਹੈ ਕਰਤੇ ਦੀ ਇਸ ਕਿਰਤ ਵਿੱਚ। ਕੋਈ ਲੱਭ ਲਏ ਤਾਂ ਵੱਖਰੀ ਗੱਲ ਹੈ। ਉਹ ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਕਿਹੜੇ ਤਿੱਤਰ ਨੂੰ ਫੜ ਕੇ ਲਿਆਈਏ, ਤਿੱਤਰ ਤਾਂ ਬੜੇ ਬੋਲਦੇ ਨੇ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ
ਉਸ ਤਿੱਤਰ ਨੂੰ ਫੜ ਕੇ ਲਿਆਉਣਾ ਜਿਹਦੀ ਅੱਖ ਕਾਣੀ ਹੈ, ਇੱਕ ਅੱਖ ਨਹੀਂ ਉਹਦੀ ਹੈਗੀ। ਹੁਣ ਗੁਰੂ ਗੋਬਿੰਦ ਸਿੰਘ 35 ਕਿਲੋਮੀਟਰ ਤੋਂ 25 ਕਿਲੋਮੀਟਰ ਤੋਂ ਚੱਲ ਕੇ ਆਏ ਨੇ, ਉਹਨਾਂ ਨੇ ਤਿੱਤਰ ਵੇਖਿਆ ਨਹੀਂ ਆ। ਉਹਨਾਂ ਨੂੰ ਕਿਵੇਂ ਪਤਾ ਕਿ ਉਸ ਅੱਖ ਦੀ, ਉਸ ਤਿੱਤਰ ਦੀ ਇੱਕ ਅੱਖ ਹੈ ਨਹੀਂ ਹੈ, ਕਾਣਾ ਹੈ। ਅੰਨਾ ਹੁੰਦਾ ਜਿਹਦੀਆਂ ਦੋਵੇਂ ਅੱਖਾਂ ਨਾ ਹੋਣ, ਕਾਣਾ ਹੁੰਦਾ ਜਿਹਦੀ ਇੱਕ ਅੱਖ ਨਾ ਹੋਵੇ। ਹਿੰਦੂ ਅੰਨਾ, ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਮੈਂ ਇਹਦੀ ਅਰਥ ਨਹੀਂ ਕਰਨੇ। ਹਿੰਦੂ ਅੰਨਾ, ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਤੁਰਕ ਨੂੰ ਥੋੜ੍ਹਾ ਥੋੜ੍ਹਾ ਜਿਹਾ ਦਿਖਦਾ ਮੱਕੇ 'ਚ ਹੈਗਾ ਵਾ, ਥੋੜ੍ਹਾ ਥੋੜ੍ਹਾ ਜਿਹਾ ਦਿਖਦਾ। ਉਹ ਕਹਿਣ ਲੱਗੇ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਿਵੇਂ ਪਤਾ ਵੀ ਉਹਦੀ ਅੱਖ ਹੈ ਨਹੀਂ ਹੈ। ਅਤੇ ਗੁਰੂ ਗੋਬਿੰਦ ਸਿੰਘ ਇਸ ਤਿੱਤਰ ਨੂੰ ਉਦੋਂ ਤੋਂ ਜਾਣਦੇ ਨੇ ਜਦੋਂ ਇਹ ਬੰਦਾ ਹੁੰਦਾ ਸੀ। ਹੁਣ ਤਾਂ ਮਰ ਕੇ ਤਿੱਤਰ ਬਣਿਆ ਨਾ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾਂ ਇਹਨੂੰ ਬੜਾ ਪੁਰਾਣਾ ਜਾਣਦੇ ਨੇ। ਇਹ ਜਦੋਂ ਬੰਦਾ ਹੁੰਦਾ ਸੀ ਉਦੋਂ ਦਾ ਜਾਣਦੇ ਨੇ ਇਸ ਨੂੰ। ਜਦੋਂ 10ਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸਹਿ ਦਾ ਸ਼ਿਕਾਰ ਕਰ ਦਿੱਤਾ, ਜਿੱਥੇ ਸ਼ਿਕਾਰ ਘਾਟ ਗੁਰਦੁਆਰਾ ਹਜ਼ੂਰ ਸਾਹਿਬ, ਅਬਚਲ ਨਗਰ ਨੰਦੇੜ। ਅਤੇ ਬਾਦਸ਼ਾਹ ਨੇ ਆਖਿਆ ਮਹਾਰਾਜ ਕੂਲਾ ਜਿਹਾ ਸਹਿਆ ਮਾਰ ਦਿੱਤਾ, ਤੁਹਾਡੇ ਐਡੇ ਵੱਡੇ ਸੂਰਮਿਆਂ ਨੂੰ ਕੋਈ ਸ਼ੇਰ ਮਾਰੇ ਤਾਂ ਫੇਰ ਤਾਂ ਕਹਿ ਸਕਦੇ ਆ ਸਹਿਆ ਮਾਰ ਦਿੱਤਾ। ਕਹਿਣ ਲੱਗੇ ਸਹਿਆ ਨਹੀਂ ਮਾਰਿਆ, ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ ਅਤੇ ਇੱਧਰ ਨੂੰ ਤੁਰ ਪਿਆ ਜੂਨਾ 'ਚ, ਇਹਨੂੰ ਮੁਕਤ ਕੀਤਾ ਹੋਇਆ ਜੀ। ਤਾਈਓ ਤੇ ਮਹਾਂਪੁਰਖ ਸਿਆਣੇ ਆਂਦੇ ਨੇ ਗੁਰੂ ਦੇ ਖਾਤੇ ਵਿੱਚ ਪੈ ਜਾਓ, ਕਿਤੇ ਨਾ ਕਿਤੇ ਲੇਖੇ ਲੱਗ ਜਾਓਗੇ। ਅਤੇ ਜੇ ਤੁਸੀਂ ਖਾਤੇ ਵਿੱਚ ਨਹੀਂ ਪਏ ਤਾਂ ਲੇਖੇ ਵਿੱਚ ਕਿੱਥੋਂ ਲੱਗਣਾ ਜੀ। ਅਤੇ ਮੈਂ ਕਹਿ ਰਿਹਾ ਸੀ 10ਵੇਂ ਪਾਤਸ਼ਾਹ ਨੇ ਆਖਿਆ ਵੀ ਉਹ ਤਿੱਤਰ ਫੜ ਕੇ ਲੈ ਆਓ ਜਿਹੜੀ ਇੱਕ ਅੱਖ ਤੋਂ ਕਾਣਾ ਹੈ। ਸਿੱਖ ਗਏ ਫੜਨ ਵਾਸਤੇ, ਉਹ ਝਾੜੀਆਂ 'ਚ ਬੋਲਣ ਦੇ ਪਹਿਲੋਂ ਉੱਚੀ ਜਗ੍ਹਾ 'ਤੇ ਬੋਲਦਾ ਸੀ। ਤੁਸੀਂ ਮਾਲ ਵਿੱਚ ਜਾਓ ਅਤੇ ਇੱਕ ਤਾਂ ਗੁਰਦੁਆਰਾ ਸਾਬੋ ਕੀ ਤਲਵੰਡੀ ਤੋਂ ਪਰਾਂ ਨੂੰ 20 ਕਿਲੋਮੀਟਰ ਮੌੜ ਮੰਡੀ ਨੂੰ ਜਾਂਦਿਆਂ ਇੱਕ ਗੁਰਦੁਆਰੇ ਦਾ ਨਾਮ ਆ ਤਿੱਤਰ ਸਾਹਿਬ। 2 ਤਿੱਤਰਾਂ ਦਾ ਉਦਾਰ ਕੀਤਾ, ਪਰ ਆਪਾਂ ਅੱਜ ਇੱਕ ਤਿੱਤਰ ਦਾ ਗੱਲ ਕਰਨੀ ਹੈ। ਉਹ ਤਿੱਤਰ ਸਾਹਿਬ ਗੁਰਦੁਆਰਾ ਉਹ ਸਾਬੋ ਕੀ ਤਲਵੰਡੀ ਤੋਂ ਪਰਾਂ ਨੂੰ ਜਾਣਾ ਪੈਂਦਾ ਹੈ, ਉਹ ਅੱਗੇ ਆ। ਆਪਾਂ ਉਰਲੇ ਤਿੱਤਰ ਦਾ ਜ਼ਿਕਰ ਕਰ ਰਹੇ ਹਾਂ ਅੱਜ। ਜਿਹੜਾ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਦੇ ਵਿੱਚ ਦੀ ਕਹਾਣੀ ਹੋਈ, ਉਸ ਤਿੱਤਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਉਹ ਜਦੋਂ ਸਿੱਖ ਫੜਨ ਗਏ ਤਾਂ ਉਹ ਝਾੜੀਆਂ 'ਚ ਵੜ ਗਿਆ। ਗਾਂਹ ਸਿੱਖ ਹੋਏ ਅਤੇ ਉਹ ਅਗਲੀ ਝਾੜੀ 'ਚ ਵੜ ਗਿਆ। ਫਿਰ ਸਿੱਖਾਂ ਨੇ ਕੀ ਕੀਤਾ ਵੀ ਝਾੜੀ ਨੂੰ ਆਲੇ ਦੁਆਲਿਓਂ ਘੇਰ ਲਿਆ। ਘੇਰ ਕੇ ਅਤੇ ਬੜੀ ਮੁਸ਼ਕਿਲ ਦੇ ਨਾਲ ਤਿੱਤਰ ਨੂੰ ਫੜ ਲਿਆ। ਤਿੱਤਰ ਫੜ ਕੇ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਲੈ ਆਉਂਦੇ ਨੇ। ਹੁਣ ਸਿੱਖਾਂ ਨੂੰ ਕੀ ਪਤਾ ਵੀ ਇਸ ਤਿੱਤਰ ਨੂੰ ਕੀ ਕਰਨਾ ਹੈ, ਇਹਨੂੰ ਛਕਣਾ ਛਕਾਉਣਾ ਕਿ ਇਹਨੂੰ ਕੋਲ ਰੱਖਣਾ। ਆਪਣੀ ਸ਼ੌਂਕੀਆ ਤੌਰ 'ਤੇ ਕਈਆਂ ਮਹਾਂਪੁਰਖਾਂ ਨੇ ਤੋਤੇ ਰੱਖੇ ਹੁੰਦੇ ਨੇ, ਕਲਗੀਧਰ ਨੇ ਬਾਜ ਰੱਖਿਆ ਸੀ। ਹਾਂਜੀ, ਇਹ ਤਿੱਤਰ ਫੜ ਲਿਆ ਅਤੇ ਸਿੱਖ ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ ਵੀ ਕਲਗੀਧਰ ਨੇ ਕਿਤੇ ਛਕਣਾ ਛਕਾਉਣਾ ਤਾਂ ਨਹੀਂ ਹੈ। ਆਪੋ ਆਪਣੀ ਸੋਚ ਹੈ। ਜਾਂ ਕਲਗੀਧਰ ਨੇ ਕੋਲ ਰੱਖਣਾ ਹੋਊਗਾ, ਸੋਹਣਾ ਬੜਾ ਹੈ। ਤਿੱਤਰ ਦੇ ਖੰਭ ਜਿਹੜੇ ਨੇ ਬੜੇ ਸੋਹਣੇ ਲੱਗਦੇ ਨੇ। ਕੁਦਰਤ ਨੇ ਬੜੀ ਸੁਹੱਪਣ ਦਿੱਤੀ ਹੋਈ ਹੈ। ਕਾਦਰ ਨੇ ਆਪਣੀ ਕੁਦਰਤ ਨੂੰ ਬੜਾ ਸੋਹਣਾ ਬਣਾਇਆ ਹੋਇਆ ਹੈ। ਜਿੱਦਾਂ ਬੰਦਾ ਆਪਣਾ ਘਰ ਸੋਹਣਾ ਬਣਾਉਂਦਾ, ਕਹਿੰਦਾ ਮੇਰੀ ਗੱਡੀ ਸੋਹਣੀ ਹੋਵੇ, ਮੇਰੀ ਪੱਗ ਚੰਗੀ ਹੋਵੇ, ਸੋਹਣੀ ਹੋਵੇ। ਅਤੇ ਕੁਦਰਤ ਨੇ, ਜਿਸ ਕਾਦਰ ਨੇ ਕੁਦਰਤ ਬਣਾਈ, ਉਹਨੇ ਬੜਾ ਸੁਹੱਪਣ ਪਾਇਆ ਇਹਦੇ ਵਿੱਚ। ਸਭ ਦੁਨੀਆ ਸੁਬਹਾਨ। ਆਹ ਸੱਪ ਵੇਖ ਲਓ ਕਿੱਡੇ ਰੰਗ ਹੁੰਦੇ ਨੇ ਉਹਦੇ ਵਿੱਚ। ਮੋਰ ਵੇਖ ਲਓ ਕਿੱਡਾ ਸੋਹਣਾ ਹੁੰਦਾ ਹੈ। ਬੜੀ ਸੁਹੱਪਣਤਾ ਹੈ। ਉਸ ਅਰੂਪ ਤੋਂ ਸਾਰਾ ਰੂਪ ਆਇਆ ਕਹਿੰਦੇ ਹੁੰਦੇ ਆ। ਇੱਧਰ ਨਹੀਂ ਆਪਾਂ ਜਾਣਾ। ਉਹ ਹੁਣ ਜਦੋਂ ਫੜ ਕੇ ਲਿਆਂਦਾ ਕਲਗੀਧਰ ਸੱਚੇ ਪਾਤਸ਼ਾਹ, ਅਤੇ ਉੱਥੇ ਇੱਕ ਦਿਨ ਰਹਿ ਕੇ ਅਤੇ ਕਲਗੀਧਰ ਕਹਿੰਦੇ ਚਲੋ ਹੁਣ ਅੱਗੇ ਚੱਲੀਏ। ਉਹ ਤਿੱਤਰ ਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਰੱਖ ਲਿਆ।
ਉਹਨੂੰ ਇਸ ਤਰ੍ਹਾਂ ਫੜ ਲਿਆ, ਬੰਨ੍ਹ ਲਿਆ ਵੀ ਫੇਰ ਨਾ ਕਿਤੇ ਉਡਾਰੀ ਮਾਰ ਜਾਵੇ। ਹੋ ਸਕਦਾ ਉਹਦੀ ਲੱਤਾਂ ਨੂੰ ਡੋਰੀ ਪਾ ਲਈ ਹੋਵੇ ਜਾਂ ਹੋਰ ਤਰੀਕੇ ਦੇ ਨਾਲ ਉਹਨੂੰ ਫੜ ਲਿਆ ਹੋਵੇ, ਬੰਨ੍ਹ ਲਿਆ ਹੋਵੇ। ਉੱਥੋਂ ਉਸ ਤਿੱਤਰ ਨੂੰ ਲੈ ਕੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤੁਰੇ ਜਾਂਦੇ ਨੇ ਅੱਗੇ ਨੂੰ, ਨਾਲ ਸਿੱਖ ਨੇ। ਹੁਣ ਪਤਾ ਨਹੀਂ ਕੀ ਕੌਤਕ ਕਰਨਾ, ਗੁਰੂ ਗੋਬਿੰਦ ਸਿੰਘ ਨੇ ਤਿੱਤਰ ਕਿਉਂ ਫੜਿਆ ਹੈ ਅਤੇ ਕਿੱਧਰ ਨੂੰ ਜਾ ਰਹੇ ਨੇ, ਹੁਣ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਹੈ। ਤੁਰਦੇ ਤੁਰਦੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਰੀਬ 40 ਕਿਲੋਮੀਟਰ 35-40 ਕਿਲੋਮੀਟਰ ਅੱਗੇ ਆ ਗਏ ਫਿਰੋਜ਼ਪੁਰ ਨੂੰ। ਅਤੇ ਫਿਰੋਜ਼ਪੁਰ ਤੋਂ ਕਰੀਬ 7 ਕਿਲੋਮੀਟਰ ਹਟਵਾਂ ਪਿੰਡ ਹੈ, ਉਸ ਪਿੰਡ ਦਾ ਨਾਮ ਹੈ ਬਜੀਦਪੁਰ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਉਸ ਪਿੰਡ ਦੇ ਬਾਰ-ਬਾਰ ਆ ਕੇ ਖਲੋ ਗਏ ਨੇ ਅਤੇ ਤਿੱਤਰ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵਾ। ਉੱਥੇ ਧੰਨ ਗੁਰੂ ਗੋਬਿੰਦ ਸਿੰਘ ਨੇ ਜਿਸ ਰੁੱਖ ਦੇ ਨਾਲ ਘੋੜਾ ਬੱਧਾ ਸੀ ਉਹ ਸੀ ਜੰਡ। ਇਹ ਜਿਹੜੇ ਜੰਡ ਕਰੀਰ ਇਹ ਸੁੱਕੇ ਇਲਾਕਿਆਂ 'ਚ ਹੁੰਦੇ ਸੀ। ਹੁਣ ਜਦੋਂ ਦਾ ਸੇਮ ਪੈ ਗਈ, ਨਹਿਰਾਂ ਨਾਲ ਆ ਗਈਆਂ ਨਾ, ਇਹ ਫਿਰ ਰੁੱਖ ਮੁੱਕ ਗਏ ਧਰਤੀ ਤੋਂ। ਰਾਜਸਥਾਨ 'ਚ ਅਜੇ ਵੀ ਹੈਗੇ ਨੇ ਇਹ ਜੰਡ ਕਰੀਰ, ਬਠਿੰਡੇ ਤੋਂ ਸ਼ੁਰੂ ਹੋ ਜਾਂਦੇ ਨੇ, ਰਾਜਸਥਾਨ ਦੇ ਰੁੱਖ ਨੇ। ਵਣ ਦਾ ਰੁੱਖ, ਜੰਡ ਦਾ ਰੁੱਖ, ਕਰੀਰ। ਇਹ ਮਾਝੇ 'ਚ ਨਹੀਂ ਹੈਗੇ ਜੰਡ ਜੁੰਡ। ਹਾਂ, ਇੱਕ ਉੱਥੇ ਤਰਨ ਤਾਰਨ ਲਾਗੇ ਗੁਰਦੁਆਰਾ, ਉੱਥੇ ਹੈਗਾ ਇੱਕ। ਜੰਡ ਨਾਲ ਦੇ ਨਾਲ ਮਾਰਨੇ, ਜਿਹੜਾ ਜਿਸ ਜੰਡ ਨਾਲ ਘੋੜਾ ਬੱਧਾ ਸੀ ਉੱਥੇ ਜੰਡ ਹੈਗਾ। ਅਤੇ ਸੱਚੇ ਪਾਤਸ਼ਾਹ ਨੇ ਕੀ ਵੇਖਿਆ ਵੀ ਰੁੱਖ ਦੇ ਉੱਤੇ ਇੱਕ ਬਾਜ ਬੈਠਾ ਹੈ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਤਿੱਤਰ ਨੂੰ ਉਸ ਬਾਜ ਦੇ ਅੱਗੇ ਸੁੱਟ ਦਿੱਤਾ। ਬਾਜ ਰੁੱਖ ਤੋਂ ਥੱਲੇ ਆ ਗਿਆ ਅਤੇ ਉਹਨੇ ਉਸ ਤਿੱਤਰ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਉਹਦੇ ਖੰਭ ਪੁੱਟ ਦਿੱਤੇ। ਉਹਦੀ ਚੁੰਝ ਬੜੀ ਤਿੱਖੀ ਹੁੰਦੀ ਹੈ, ਚੁੰਝ ਮਾਰ ਕੇ ਉਹਦੀ ਅੱਖ ਕੱਢੀ, ਉਹਦੀ ਜ਼ੁਬਾਨ ਕੱਢੀ। ਬੋਟੀ ਬੋਟੀ ਕਰਕੇ ਉਸ ਬਾਜ ਨੇ ਉਸ ਤਿੱਤਰ ਨੂੰ ਖਾ ਲਿਆ। ਬੜਾ ਤੜਫਿਆ ਤਿੱਤਰ, ਪਰ ਉਹਦੀ ਧੌਣ ਨੂੰ ਉਹਨੇ ਆਪਣੇ ਪੰਜੇ ਥੱਲੇ ਰੱਖਿਆ ਅਤੇ ਉਹਨੂੰ ਪਾੜ ਪਾੜ ਕੇ ਖਾਣ ਦਿਆ। ਜਦੋਂ ਸਾਰਾ ਹੀ ਖਾਧਾ ਗਿਆ ਅਤੇ ਸਿੱਖ ਬੜੇ ਹੈਰਾਨ ਨੇ ਕਿ ਮਹਾਰਾਜ ਨੇ ਪਤਾ ਨਹੀਂ ਇਸ ਤਰ੍ਹਾਂ ਇਹ ਕਿਉਂ ਕਰ ਦਿੱਤਾ ਅੱਜ, ਅਤੇ ਕਰਤੇ ਕੀ ਮਿਤ ਕਰਤਾ ਜਾਣੇ। ਉਹ ਜਦੋਂ ਬਾਜ ਖਾ ਕੇ ਵਿਹਲਾ ਹੋ ਗਿਆ, ਸਾਰਾ ਤਿੱਤਰ ਨੂੰ ਖਾ ਲਿਆ, ਅਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕੌਤਕ ਵਰਤਾਇਆ ਜੀ ਤੁਸੀਂ। ਕਿੱਥੇ ਮੁਕਤਸਰ ਸਾਹਿਬ ਅਤੇ ਕਿੱਥੇ ਪਰੇ ਜਾ ਕੇ 25 ਕਿਲੋਮੀਟਰ ਤੋਂ ਫੜ ਕੇ ਅਤੇ ਐ ਨੂੰ 30 ਕਿਲੋਮੀਟਰ ਐ ਨੂੰ ਫੇਰ ਆਏ, ਅਤੇ ਇੱਥੇ ਹੁਣ ਇਸ ਤਿੱਤਰ ਨੂੰ ਤੁਸੀਂ ਬਾਜ ਦੇ ਅੱਗੇ ਸੁੱਟ ਦਿੱਤਾ ਅਤੇ ਬਾਜ ਨੇ ਖਾ ਲਿਆ। ਕਲਗੀਧਰ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਅਸੀਂ ਉੱਥੋਂ ਤਿੱਤਰ ਫੜਿਆ ਸੀ ਨਾ, ਇਹ ਇੱਕ ਜੱਟ ਜ਼ਿਮੀਂਦਾਰ ਸੀ ਪਹਿਲੇ ਜਨਮ 'ਚ, ਅਤੇ ਇਹ ਵੱਟਾਂ ਵੁੱਟਾਂ ਦਾ ਬਹੁਤਾ ਖਿਆਲ ਕਰਦਾ ਸੀ, ਅਤੇ ਇਹ ਮਰ ਕੇ ਤਿੱਤਰ ਬਣ ਗਿਆ ਅਤੇ ਫਿਰ ਉਹਨਾਂ ਵੱਟਾਂ ਉੱਤੇ ਆਣ ਕੇ ਬਹਿ ਗਿਆ। ਕਿਉਂਕਿ ਤਿੱਤਰ ਵੱਟਾਂ 'ਤੇ ਬਹਿੰਦੇ ਨੇ, ਅਤੇ ਜ਼ਿਮੀਂਦਾਰ ਵੀ ਜੱਟ ਵੀ ਵੱਟਾਂ ਪਿੱਛੇ ਲੜ ਕੇ ਮਰਦੇ ਨੇ, ਅਤੇ ਬੁੱਢੇ ਬਾਰੇ ਤਾਂ ਅੱਗੇ ਖਿਆਲ ਨਹੀਂ ਛੱਡਦੇ ਜ਼ਮੀਨਾਂ ਜਾਇਦਾਦਾਂ ਦਾ। ਫਿਰ ਮਰ ਕੇ ਫਿਰ ਸੱਪ ਬਣ ਜਾਂਦਾ, ਕੋਈ ਤਿੱਤਰ ਬਣ ਜਾਂਦਾ, ਕੋਈ ਟਟੌਲੀ ਬਣ ਜਾਂਦਾ, ਆਉਂਦੇ ਫਿਰ ਇੱਥੇ ਹੀ ਨੇ। ਕਹਿਣ ਲੱਗੀ ਜਿਹੜਾ ਤਿੱਤਰ ਸੀ ਇਹ ਪਿਛਲੇ ਜਨਮ 'ਚ ਜੱਟ ਸੀ, ਅਤੇ ਆਹ ਜਿਹੜਾ ਬਾਜ ਸੀ ਨਾ ਇਹ ਪਹਿਲੇ ਜਨਮ 'ਚ ਬਾਣੀਆਂ ਸੀ। ਇਹ ਜੱਟ ਜਿਹੜਾ ਸੀ ਇਸ ਬਾਣੀਏ ਕੋਲੋਂ ਕਰਜ਼ਾ ਲੈਣ ਆਇਆ। ਉਦੋਂ ਬੈਂਕਾਂ ਨਹੀਂ ਸੀ ਹੁੰਦੀਆਂ, ਉਦੋਂ ਇੱਦਾਂ ਦੇ ਬਾਣੀਏ ਸ਼ਾਹ ਜਿਨ੍ਹਾਂ ਦੇ ਕੋਲ ਆਪਣੇ ਕਰਜ਼ੇ ਲੈ ਜਾਂਦੇ ਸਨ। ਹੁਣ ਲੋਕੀ ਬੈਂਕਾਂ ਤੋਂ ਕਰਜ਼ੇ ਲੈ ਕੇ ਮੌਜਾਂ ਕਰਦੇ ਨੇ ਅਤੇ ਮੁੜ ਕੇ ਝੰਡੇ ਫੜ ਕੇ ਸੜਕਾਂ 'ਤੇ ਬਹਿ ਜਾਂਦੇ ਨੇ, ਸਾਡਾ ਕਰਜ਼ਾ ਮਾਫ ਕਰ ਦਿਓ। ਗਰੀਬ ਜ਼ਿਮੀਂਦਾਰ ਕਦੀ ਕਰਜ਼ਾ ਨਹੀਂ ਲੈਂਦਾ, ਉਹਨੂੰ ਪਤਾ ਮੇਰੇ ਕੋਲ ਮੋੜਿਆ ਹੀ ਨਹੀਂ ਜਾਣਾ। ਇਹ ਬੈਂਕਾਂ ਤੋਂ ਲੈ ਕੇ ਗਾਂਹ
ਵਿਆਜ 'ਤੇ ਚਾੜ ਦਿੰਦੇ ਨੇ, ਮੁੜ ਕੇ ਕਹਿੰਦੇ ਅਸੀਂ ਵਾਪਸ ਹੀ ਨਹੀਂ ਕਰਨਾ, ਸਾਡਾ ਮਾफ़ ਕਰ ਦਿਓ। ਕੋਈ ਕਰਜ਼ਾ ਲੈ ਕੇ ਕੋਈ ਗੱਡੀਆਂ ਲੈ ਲੈਂਦਾ, ਕੋਈ ਕੋਠੀਆਂ ਪਾ ਲੈਂਦਾ, ਮੁੜ ਕੇ ਕਹਿੰਦੇ ਸਾਡਾ ਮਾफ़ ਕਰੋ। ਕਹਿਣ ਲੱਗੇ ਇਹ ਬਾਣੀਆਂ ਸੀ ਜਿਹੜਾ ਬਾਜ ਆ, ਅਤੇ ਇਹ ਜ਼ਿਮੀਂਦਾਰ ਇਹਦੇ ਕੋਲ ਕਰਜ਼ਾ ਲੈਣ ਆਇਆ। ਅਤੇ ਬਾਣੀਏ ਨੇ ਆਖਿਆ ਕੋਈ ਗਵਾਹ ਤੋਂ ਬਿਨਾਂ ਅਸੀਂ ਕਰਜ਼ਾ ਦਿੰਦੇ ਨਹੀਂ, ਤੇਰੀ ਗਵਾਹੀ ਕੌਣ ਭਰੂਗਾ ਇੱਥੇ। ਇਹ ਜੱਟ ਕਹਿਣ ਲੱਗਾ ਕਿ ਅਸੀਂ ਗੁਰੂ ਵਾਲੇ ਹੁੰਦੇ ਹਾਂ, ਸਾਡੀ ਗਵਾਹੀ ਹਰ ਥਾਂ 'ਤੇ ਗੁਰੂ ਦਿੰਦਾ ਹੈ, ਕਿਉਂਕਿ ਗੁਰੂ ਤੋਂ ਉੱਪਰ ਕੋਈ ਨਹੀਂ ਹੈ। ਉਹਨੇ ਆਖਿਆ ਜੇ ਤੇਰੀ ਗਵਾਹੀ ਗੁਰੂ ਭਰਦਾ ਹੈ ਤੇ ਇਹ ਤਾਂ ਬਹੁਤ ਚੰਗੀ ਗੱਲ ਹੈ। ਕਹਿੰਦੇ ਉਸ ਬਾਣੀਏ ਨੇ ਜਦੋਂ ਇਸ ਜੱਟ ਨੇ ਆਖਿਆ ਕਿ ਮੇਰੀ ਗਵਾਹ ਗੁਰੂ ਆ, ਮੇਰਾ ਗਵਾਹ ਗੁਰੂ ਆ, ਅਤੇ ਉਹਨੇ ਆਖਿਆ ਜਿਹੜਾ ਆਪਣੇ ਗੁਰੂ ਦਾ ਨਾਂ ਲਿਖਾ ਗਿਆ ਅਤੇ ਗੁਰੂ ਨੂੰ ਗਵਾਹ ਅਖਵਾ ਗਿਆ, ਇਹ ਬੰਦਾ ਹੁਣ ਕਦੀ ਮੁੱਕਰੇਗਾ ਨਹੀਂ। ਇਹਦੀ ਥਾਂ 'ਤੇ ਕੋਈ ਬੰਦਾ ਗਵਾਹੀ ਦਿੰਦਾ ਤਾਂ ਹੋ ਸਕਦਾ ਕੋਈ ਮੁੱਕਰ ਜਾਂਦਾ, ਇਹ ਤਾਂ ਗੁਰੂ ਨੂੰ ਗਵਾਹ ਅਖਵਾ ਗਿਆ ਹੈ, ਗੁਰੂ ਨੂੰ ਲਿਖਾ ਗਿਆ ਕਿ ਇਸ ਕੰਮ ਦੇ ਵਿੱਚ ਗੁਰੂ ਗਵਾਹ ਵਾ। ਸਿਆਣੇ ਆਂਦੇ ਹੁੰਦੇ ਆ ਕਸਮ ਝੂਠੀ ਨਹੀਂ ਖਾਣੀ ਚਾਹੀਦੀ। ਗੁਰਦੁਆਰੇ ਆਣ ਕੇ ਲੋਕ ਕਸਮਾਂ ਖਾ ਲੈਂਦੇ ਨੇ, ਝੂਠੇ ਬੰਦੇ ਵੀ ਕਸਮਾਂ ਖਾ ਲੈਂਦੇ ਨੇ, ਅਤੇ ਬਹੁਤ ਬੁਰਾ ਹੁੰਦਾ। ਮੈਂ ਆਪਣੀ ਅੱਖੀਂ ਵੇਖਿਆ ਇਹਨਾਂ ਲੋਕਾਂ ਦਾ ਬੁਰਾ ਹੁੰਦਾ ਜਿਹੜੇ ਕਸਮਾਂ ਖਾਂਦੇ ਨੇ ਝੂਠੀਆਂ ਗੁਰਦੁਆਰਿਆਂ ਦੇ ਅੰਦਰ। ਜਦੋਂ ਉਸ ਜ਼ਿਮੀਂਦਾਰ ਨੇ ਆਖਿਆ ਮੇਰਾ ਗਵਾਹ ਤੇ ਮੇਰਾ ਗੁਰੂ ਹੀ ਆ, ਅਤੇ ਬਾਣੀਆਂ ਬੜਾ ਖੁਸ਼ ਹੋਇਆ, ਅਤੇ ਉਹਨੇ ਬੜੇ ਖੁਸ਼ ਹੋ ਕੇ ਉਸ ਜ਼ਿਮੀਂਦਾਰ ਨੂੰ ਕਰਜ਼ਾ ਦੇ ਦਿੱਤਾ। ਤੇ ਕਿਤੇ ਲੈ ਲੈ ਮੁੱਕਰ ਪਾਏ, ਸਮਾਂ ਆਇਆ ਉਹ ਮੁੱਕਰ ਗਿਆ। ਬਾਣੀਆਂ ਉਹਦੇ ਤਰਲੇ ਲੈਂਦਾ ਵੀ ਤੂੰ ਮੇਰਾ ਪੈਸਾ ਵਾਪਸ ਦੇ, ਤੂੰ ਗਵਾਹ ਤੇ ਗੁਰੂ ਨੂੰ ਲਿਖਾਇਆ ਹੋਇਆ ਵਾ, ਅਤੇ ਤੂੰ ਇੱਡੀ ਮਾੜੀ ਹਰਕਤ ਨਾ ਕਰ, ਅਤੇ ਤੂੰ ਮੇਰਾ ਕਰਜ਼ਾ ਦੇ ਦੇ। ਉਹਨੇ ਕਰਜ਼ਾ ਵਾਪਸ ਨਹੀਂ ਕੀਤਾ। ਉਧਰ ਜੱਟ ਵੀ ਮਰ ਗਿਆ ਅਤੇ ਬਾਣੀਆਂ ਵੀ ਮਰ ਗਿਆ। ਜਿੰਨੇ ਕਰਜ਼ਾ ਲੈਣਾ ਸੀ ਉਹ ਵੀ ਮਰ ਗਿਆ, ਜਿੰਨੇ ਕਰਜ਼ਾ ਦੇਣਾ ਸੀ ਉਹ ਵੀ ਮਰ ਗਿਆ। ਜਿੰਨੇ ਦੇਣਾ ਸੀ ਉਹ ਮਰ ਕੇ ਤਿੱਤਰ ਬਣ ਗਿਆ, ਜਿੰਨੇ ਲੈਣਾ ਸੀ ਉਹ ਮਰ ਕੇ ਬਾਜ ਬਣ ਗਿਆ। ਕਿਉਂਕਿ ਉਹ ਜੀਂਦਿਆਂ ਵੀ ਲੋਕਾਂ ਦਾ ਖੂਨ ਹੀ ਪੀਂਦਾ ਸੀ ਬਾਣੀਆਂ। 1 ਰੁਪਈਆ ਦੇ ਕੇ ਨਾਲ ਉਹਨੂੰ 1 ਰੁਪਈਆ ਵਿਆਜ ਲਾ ਦੇਣਾ, 2 ਹੋ ਗਏ, ਫਿਰ 2 ਨੂੰ ਅੱਗੇ ਚੁੱਕ ਕੇ 2 ਹੋਰ ਵਿਆਜ ਲਾ ਦੇਣੇ, 4 ਕਰ ਦੇਣਾ। ਇਹਨੇ ਕਹਿੰਦੇ ਗਰੀਬਾਂ ਦਾ ਖੂਨ ਪੀਣਾ। ਇੱਕ ਤੇ ਉਹ ਖੂਨ ਆ ਜਿਹੜੇ ਸਰਿੰਜਾਂ ਨਾਲ ਕੱਢਦੇ ਨੇ, ਇਹ ਦੂਸਰੀ ਤਰ੍ਹਾਂ ਦਾ ਖੂਨ ਪੀਣਾ ਗਰੀਬਾਂ ਦਾ। ਕਹਿਣ ਲੱਗੇ ਫਿਰ ਇਹ ਦੋਵੇਂ ਮਰ ਗਏ, ਅਤੇ ਗਵਾਹ ਵਿੱਚ ਸਾਨੂੰ ਲਿਖਿਆ ਗਿਆ ਸੀ, ਅਤੇ ਸਾਨੂੰ ਫਿਕਰ ਸੀ ਵੀ ਅਸੀਂ ਗਵਾਹੀ ਦੇਣੀ ਇਹਨਾਂ ਦੀ। ਕਹਿਣ ਲੱਗੇ ਤਾਂ ਅਸੀਂ ਉੱਥੋਂ ਤਿੱਤਰ ਨੂੰ ਫੜਿਆ, ਅਤੇ ਇੱਥੇ ਬਾਜ ਰਹਿੰਦਾ ਸੀ, ਇੱਥੇ ਇਹਦਾ ਆਲਣਾ ਸੀ। ਅਸੀਂ ਇਹਦੇ ਕੋਲ ਲੈ ਕੇ ਆਏ ਵੀ ਆਹ ਵੇਖ ਲਾ ਜਿਹੜਾ ਤੇਰੇ ਪੈਸੇ ਲੈ ਕੇ ਮੁੱਕਰ ਗਿਆ, ਅਤੇ ਅਸੀਂ ਗਵਾਹ ਵਾਂ, ਅਤੇ ਸਾਡੇ ਸਾਹਮਣੇ ਆਪਣਾ ਲੇਖਾ ਜੋਖਾ ਮੁਕਾ ਲਾ ਹੁਣ। ਹਿੰਦੂ ਕਹਿੰਦੇ ਨੇ ਗੁਰੂ ਐਵੇਂ ਕੱਚੀਆਂ ਪਿੱਲਿਆਂ ਦੇ ਮਗਰ ਲਾ ਕੇ, ਜਿੱਦਾਂ ਕਹਿੰਦੇ ਬਾਬਾ ਜੀ ਸਾਡਾ ਆਹ ਕੰਮ ਨਹੀਂ ਹੁੰਦਾ। ਬੇਟਾ ਤੁਹਾਡੇ ਕਰਮ ਨੇ, ਅਤੇ ਤੂੰ ਕੁਰਸੀ ਵੱਡੀ ਦੇ ਕਾਹਦੀ 'ਤੇ ਬੈਠਾ ਜੇ ਬੇਟਾ ਦੇ ਕਰਮੀ।